Good morning, students. Now, continuing our next chapter, structure of atom, we are going to learn main three principles of this chapter. First is Pauli's exclusion principle. We will pronounce it as Pauli's exclusion principle. Pauli's scientist ਦਾ name ਹੈ। Exclusion means ਕੁਛ ਚੀਜ਼ exclude ਕੀਤੀ ਹੈ ਇਸ ਪ੍ਰਿੰਸੀਪਲ ਦੇ ਵਿੱਚ। ਉਹਨਾਂ ਨੇ ਕੀ ਕਿਹਾ, ਪੌਲੀਜ਼ ਨੇ ਇੱਕ ਪ੍ਰਿੰਸੀਪਲ ਦਿੱਤਾ ਸੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ no two electrons can have the same values for all the four quantum numbers। ਅਸੀਂ ਲਾਸਟ ਵੀਡੀਓ ਦੇ ਵਿੱਚ ਕੁਆਂਟਮ ਨੰਬਰਸ ਦੇ ਬਾਰੇ 'ਚ ਪੜ੍ਹਿਆ ਹੈ। ਕੁਆਂਟਮ ਨੰਬਰਸ ਹੁੰਦੇ ਹੈ n l m ਐਂਡ s small s, ਠੀਕ ਹੈ। ਦਿਸ ਸਾਇੰਟਿਸਟ ਸੇਜ਼ ਡੈਟ ਕਿ ਕੋਈ ਵੀ ਦੋ ਇਲੈਕਟ੍ਰੋਨ, ਕਿਉਂਕਿ ਸਾਨੂੰ ਪਤਾ ਹੀ ਇੱਕ ਔਰਬਿਟਲ ਦੇ ਵਿੱਚ, ਔਰਬਿਟਲ ਅਸੀਂ ਇਸ ਤਰੀਕੇ ਨਾਲ ਰਿਪਰੈਜ਼ੈਂਟ ਕਰਦੇ ਹਾਂ, ਦੋ ਇਲੈਕਟ੍ਰੋਨਸ ਹੀ ਹੁੰਦੇ ਆ। ਔਰ ਉਹਨਾਂ ਦੋਨੋਂ ਇਲੈਕਟ੍ਰੋਨਸ ਦੇ four ਕੁਆਂਟਮ ਨੰਬਰਸ ਜਿਹੜੇ ਉਹ ਸੇਮ ਨਹੀਂ ਹੋ ਸਕਦੇ। ਦਿਸ ਇਜ਼ ਸੈਡ ਬਾਏ ਪਾਉਲੀ ਐਂਡ ਦਿਸ ਇਜ਼ ਨੋਨ ਐਜ਼ ਪੌਲੀਜ਼ ਐਕਸਕਲੂਜਨ ਪ੍ਰਿੰਸੀਪਲ। ਮੀਨਸ ਕਿ ਹਰ ਇੱਕ ਔਰਬਿਟਲ ਦੇ, ਅਗਰ ਸਪੋਜ਼ ਕਰੋ n ਦੀ ਵੈਲਿਊ 5 ਹੈ, ਠੀਕ ਹੈ, ਅਤੇ l ਦੀ ਵੈਲਿਊ s ਵੀ ਸੇਮ ਹੋ ਗਿਆ। ਫਿਰ m ਦੀ ਵੈਲਿਊ, s ਦੇ ਵਿੱਚ m ਦੀ ਵੈਲਿਊ ਕੀ ਹੋ ਜਾਏਗੀ ਤੁਹਾਡੀ 0, ਠੀਕ ਹੈ। ਅਤੇ ਤਿੰਨ ਚੀਜ਼ਾਂ ਸੇਮ ਹੋ ਗਿਆ। ਹੁਣ ਲਾਸਟ ਹੋ ਗਿਆ s ਹਮੇਸ਼ਾ ਚੇਂਜ ਹੋਏਗਾ ਹੀ ਹੋਏਗਾ। ਮੀਨਸ ਕਿ ਅਗਰ ਇੱਕ ਇਲੈਕਟ੍ਰੋਨ क्लॉकवाइज है तो दूसरा क्या होएगा एंटी क्लॉकवाइज। मीन्स एक प्लस हाफ है तो दूसरा माइनस हाफ। यही पॉलीज कहते हैं कि पॉलीज एक्सक्लूशन प्रिंसीपल के अकॉर्डिंग किसी भी दो इलैक्ट्रॉन्स का सेम 4 क्वांटम नंबर्स नहीं हो सकते। लाइक इन दिस ऑर्बिटल 5s 5 n इज सेम, l ਦੀ ਵੈਲਿਊ s ਇਕੁਅਲਸ ਟੂ ਸੇਮ, m ਦੀ ਵੈਲਿਊ ਵੀ ਸੇਮ ਆ ਜਾਏਗੀ 0। ਬਟ s ਜਿਹੜੇ ਦੋ ਇਲੈਕਟ੍ਰੋਨਸ, ਕਿਉਂਕਿ s ਦੇ ਵਿੱਚ ਸਿਰਫ ਦੋ ਹੀ ਇਲੈਕਟ੍ਰੋਨਸ ਆ ਸਕਦੇ ਆ, ਲੇਕਿਨ ਉਹ ਦੋਨੋਂ ਇਲੈਕਟ੍ਰੋਨਸ ਦਾ ਕਲੌਕਵਾਈਜ਼, ਨਾ ਹੀ ਦੋਨੋਂ ਇਲੈਕਟ੍ਰੋਨ ਕਲੌਕਵਾਈਜ਼ ਹੋਣਗੇ ਨਾ ਹੀ ਐਂਟੀ ਕਲੌਕਵਾਈਜ਼। ਜ਼ਰੂਰੀ ਹੈ कि एक इलेक्ट्रॉन जो है क्लॉकवाइज हो और दूसरा एंटी क्लॉकवाइज। नैक्सट इज़ आवर मेन इंपॉर्टेंट रूल, बोहरबरी रूल, या फिर आप इन्हों ऑफबॉस प्रिंसीपल भी कहने हैं। ऑफबॉस ऑल्सो एक साइंटिस्ट सीगे, उन्होंने की प्रिंसीपल दिता है कि ग्राउंड स्टेट जी एटम की है, ग्राउंड स्टेट एटम के जोड़े इलैक्ट्रॉन्स है वो इलैक्ट्रॉन्स उन्होंने ऑर्बिटल ਦੇ ਵਿੱਚ ਫਿਲ ਹੋਣਗੇ ਜਿਨ੍ਹਾਂ ਦੀ ਲੋਅਰ એનર્ਜੀ ਹੋਏਗੀ। ਮੀਨਸ ਲੋਅਰ એનર્ਜੀ ਟੂ ਹਾਇਰ એનર્ਜੀ ਦੇ ਵਿੱਚ ਇਲੈਕਟ੍ਰॉन्स ਫਿਲ ਹੋਣਗੇ। ਇਹ ਕਿਹਾ ਸੀ ਔਫਬॉस ਪ੍ਰਿੰਸੀਪਲ ਨੇ। ਪਰ ਹੁਣ ਸਾਨੂੰ ਕਿੱਦਾਂ ਪਤਾ ਚੱਲੇਗਾ ਕਿ ਕਿਹੜੇ ऑर्बिटल ਦੀ એનર્ਜੀ ਜ਼ਿਆਦਾ ਹੈ, ਕਿਹਦੀ ਘੱਟ। ਇਸ ਚੀਜ਼ ਨੂੰ ਐਕਸਪਲੇਨ ਕਰਨ ਵਾਸਤੇ ਬੋਹਰਬਰੀ ਨੇ ਇੱਕ ਰੂਲ ਦਿੱਤਾ ਵਿਚ ਇਜ਼ ਨੋਨ ਐਜ਼ ਬੋਹਰਬਰੀਜ਼ ਰੂਲ। ਇਹ ਰੂਲ ਕੀ ਕਹਿੰਦਾ ਹੈ ਕਿ ऑर्बिटल्स ਫਿਲ ਇਨ ਦਾ ਆਰਡਰ ਆਫ ਇਨਕਰੀਜ਼ਿੰਗ ਵੈਲਿਊ ਆਫ n + l। n + l ਦੀ ਵੈਲਿਊ ਦੇ ਨਾਲ ਸਾਨੂੰ ਪਤਾ ਲੱਗ ਜਾਏਗਾ ਕਿ ਕਿਹੜਾ ऑर्बिटल ਪਹਿਲਾਂ ਫਿਲ ਹੋਏਗਾ। ਅਗਰ n + l ਦੀ ਵੈਲਿਊ ਜਿਹਦੀ ਛੋਟੀ ਹੋਏਗੀ ਉਹ ਵਾਲਾ ऑर्बिटल ਪਹਿਲਾਂ ਫਿਲ ਹੋਏਗਾ, ਜਿਹਦੀ n + l ਦੀ ਵੈਲਿਊ ਜ਼ਿਆਦਾ ਹੋਏਗੀ ਉਹ ਵਾਲਾ ऑर्बिटल ਬਾਅਦ ਵਿੱਚ ਫਿਲ ਹੋਏਗਾ। ਫੋਰ ਐਗਜ਼ਾਮਪਲ ਅਗਰ ਮੈਂ ਲੈ ਲਾਂ 3s ਐਂਡ 4p, 3s ਦੇ ਵਿੱਚ n ਜੋ ਫਸਟ ਚੀਜ਼ ਲਿਖੀ ਹੁੰਦੀ ਹੈ ਉਹ ਰਿਪਰੈਜ਼ੈਂਟ ਕਰਦੀ ਹੈ ਤੁਹਾਡਾ n ਕੁਆਂਟਮ ਨੰਬਰ ਨੂੰ। ਜਾਂ ਫਿਰ ਮੈਂ ਤੁਹਾਨੂੰ ਇੱਕ ਰਿਪਰੈਜ਼ੈਂਟੇਸ਼ਨ ਦੱਸਦੀ ਹਾਂ, ਕਦੀ ਵੀ ਕੋਈ ਵੀ ऑर्बिटल ਦਾ ਨਾਮ ਲਿਖਿਆ ਹੋਏ, ਲਾਈਕ ਇੱਥੇ ਲਿਖਿਆ ਹੋਇਆ 3s 4p, ਤਾਂ ਹਮੇਸ਼ਾ ਯਾਦ ਰੱਖਣਾ ਜੋ ਨੰਬਰ ਦਿੱਤਾ ਹੁੰਦਾ ਇੱਥੇ ਨਿਊਮੈਰੀਕਲ ਨੰਬਰ, ਦਿਸ ਗਿਵਸ ਦ ਵੈਲਿਊ ਆਫ ਸਮਾਲ n ਪ੍ਰਿੰਸੀਪਲ ਕੁਆਂਟਮ ਨੰਬਰ ਦੀ ਵੈਲਿਊ ਦੱਸਦਾ ਹੈ। ਫਿਰ ਉਸ ਤੋਂ ਬਾਅਦ ਜੋ ਵੀ ਤੁਹਾਡੇ ਕੋਲ s p d f ਦਿੱਤਾ ਹੋਇਆ ਦੈਟ ਵਿਲ ਟੈਲ ਯੂ ਦ ਵੈਲਿਊ ਆਫ l, ਠੀਕ ਹੈ। ਔਰ ਅਗਰ ਤੁਹਾਨੂੰ n ਐਂਡ l ਦੀ ਵੈਲਿਊ ਪਤਾ ਹੈ ਤਾਂ m ਦੀ ਵੈਲਿਊ ਤੁਸੀਂ ਫਾਈਂਡ ਆਊਟ ਕਰ ਸਕਦੇ ਹੋ, ਜਿੱਦਾਂ ਤੁਸੀਂ ਲਾਸਟ ਟਾਈਮ ਫਾਈਂਡ ਆਊਟ ਕੀਤਾ -l ਟੂ +l ਦੀ। ਔਰ s ਦੀ ਵੈਲਿਊ ਹਮੇਸ਼ਾ +½ -½ ਹੋਏਗੀ ਜਿੰਨੇ ਇਲੈਕਟ੍ਰॉन्स ਹੋਣਗੇ ਉਹਨਾਂ ਦੇ ਕਰਸਪੋਂਡਿੰਗ। ਹੁਣ ਦੇਖੋ ਇਹਨਾਂ ਨੇ ਪਹਿਲਾ ਰੂਲ ਕੀ ਕਿਹਾ ਕਿ ऑर्बिटल्स ਪਹਿਲਾਂ ਉਹ ਵਾਲੇ ਫਿਲ ਹੋਣਗੇ ਜਿਨ੍ਹਾਂ ਦੀ n + l ਦੀ ਵੈਲਿਊ ਜਿਹੜੀ ਹੋਏਗੀ ਉਹ ਘੱਟ ਹੋਏਗੀ। 3s ਐਂਡ 4p ਦੇ ਵਿੱਚ ਦੇਖੋ ਇਹ ਫਸਟ ਕੀ ਹੈ, ਤੁਹਾਨੂੰ n ਦੱਸ ਰਿਹਾ, s ਤੁਹਾਨੂੰ l ਦੀ ਵੈਲਿਊ ਦੱਸ ਰਿਹਾ। n 3 ਹੋ ਗਿਆ, l 0 ਹੋ ਗਿਆ, n + l = 3 + 0 = 3 ਐਂਡ ਦੈਨ ਮੈਂ ਗੱਲ ਕਰਾਂ 4p ਦੀ, ਅਤੇ n ਦੀ ਵੈਲਿਊ 4 ਹੋ ਗਈ, p ਦੀ ਵੈਲਿਊ l = 1 हो जाएगा। मैं तुहानूं दस्सिया है s = 0, p = 1, d = 2, f = 3 एंड g = 4 एंड सो ऑन। तो l ਦੀ ਵੈਲਿਊ 1 ਹੋ ਗਈ, n + l 4 + 1 = 5, तो
3 and 5 ਚੋਂ ਕੌਣ ਵੱਡਾ ਹੁੰਦਾ ਹੈ 5, so n 3s will be filled first then 4p. This is first rule of Bohr-Wallace. ਹੁਣ ਸਮਟਾਈਮਸ ਕੀ ਹੋ ਸਕਦਾ ਹੈ n plus l ਦੀ ਵੈਲਿਊ ਸੇਮ ਆ ਸਕਦੀ ਹੈ, ਉਸ ਟਾਈਮ ਤੇ ਤੁਸੀਂ ਕੀ ਕਰੋਗੇ if the two orbitals have the same value of n plus n then the orbital with the lower value of n, ਜਿਸ orbital ਦੀ lower value ਹੈਗੀ n ਦੀ ਉਹ ਪਹਿਲਾਂ ਫਿਲ ਹੋਏਗਾ। ਫੋਰ ਐਗਜ਼ਾਮਪਲ 2p and 3s ਦੀ ਮੈਂ ਐਗਜ਼ਾਮਪਲ ਲਈ ਹੈ। 2p ਦੀ ਅਗਰ ਮੈਂ ਵੈਲਿਊ ਕੈਲਕੂਲੇਟ ਕਰਾਂ n plus l ਦੀ ਵੈਲਿਊ then 2 n ਹੋ ਗਿਆ, l ਦੀ ਵੈਲਿਊ 1, 2 + 1 = 3, 3s ਦੀ ਕੰਪੇਅਰ ਕੀਤੇ ਜਾਏ n = 3 and l = 0, n + l = 3 + 0 = 3, ਬੋਥ ਹੈਵ ਦ ਸੇਮ ਵੈਲਿਊ। ਅਤੇ ਹੁਣ ਇਸ ਟਾਈਮ 'ਤੇ ਅਸੀਂ ਕੀ ਡਿਸਾਈਡ ਕਰਾਂਗੇ, ਜਿਹਦੀ n ਦੀ ਵੈਲਿਊ ਘੱਟ ਹੋਏਗੀ ਇਟ ਮੀਨਸ n ਦੀ ਵੈਲਿਊ ਇੱਥੇ 2 ਹੈ ਅਤੇ 2p ਪਹਿਲਾਂ ਫਿਲ ਹੋਏਗਾ ਦੈਨ n = 3 ਫਿਲ ਹੋਏਗਾ। ਠੀਕ ਹੈ, ਇਸ ਕਰਕੇ ਇਸ ਤਰੀਕੇ ਨਾਲ ਅਸੀਂ ਬੋਹਰ-ਬਰੀ ਦੇ ਰੂਲ ਨੂੰ ਅਪਲਾਈ ਕਰਨਾ ਹੈ। ਹੁਣ ਇਹਦੇ ਨਾਲ ਸਾਨੂੰ ਪੂਰਾ ਇੱਕ ਚਾਰਟ ਬਣਾਉਣਾ ਪਏਗਾ, ਉਹ ਚਾਰਟ ਮੈਂ ਤੁਹਾਨੂੰ ਦੱਸਣ ਲੱਗੀ ਹਾਂ ਕਿਸ ਤਰੀਕੇ ਨਾਲ ਬਣਾਉਣਾ ਹੈ। ਅਸੀਂ ਦੇਖੋ ਇਸ ਚਾਰਟ ਨੂੰ ਲਰਨ ਕਰਨ ਵਾਸਤੇ ਹੁਣ ਕਿਉਂਕਿ ਤੁਹਾਨੂੰ ਇਹ ਕਨਫੀਗਰੇਸ਼ਨਸ ਕੀ ਕਰਨੀਆਂ ਪੈਣਗੀਆਂ, ਹਮੇਸ਼ਾ ਲਰਨ ਰੱਖਣੀਆਂ ਪੈਣਗੀਆਂ, ਉਹਦੇ ਵਾਸਤੇ ਮੈਂ ਤੁਹਾਨੂੰ ਇੱਕ ਪ੍ਰੋਪਰ ਚਾਰਟ ਪੈਟਰਨ ਦੱਸਣ ਲੱਗੀ ਹਾਂ ਕਿ ਚਾਰਟ ਦਾ ਪੈਟਰਨ ਕਿਸ ਤਰੀਕੇ ਨਾਲ ਅਸੀਂ ਲਰਨ ਕਰ ਸਕਦੇ ਹਾਂ। 1 ਇਸ ਤਰੀਕੇ ਨਾਲ ਲਿਖ ਲਓ 1 2 3 4 5 6 7 ਔਰ ਇਹਨਾਂ ਦੇ ਅੱਗੇ ਅੱਗੇ ਲਿਖ ਲਓ S S S S ਸੌਰੀ S S S ਐਂਡ S ਦੈਨ ਸਰਕਲ ਕਰ ਲਓ ਇਹਨਾਂ ਨੂੰ। ਫਿਰ 1 ਨੂੰ ਛੱਡ ਦਿਓ, 2 ਦੇ ਸਾਹਮਣੇ ਲਿਖੋ 2p 3p 3 ਦੇ ਸਾਹਮਣੇ 3 4 ਦੇ ਸਾਹਮਣੇ 4 5 ਦੇ ਸਾਹਮਣੇ 5 6 ਦੇ ਸਾਹਮਣੇ 6 ਲੇਕਿਨ ਇੱਥੇ ਹੁਣ ਸਾਰੇ ਕੀ ਆ ਜਾਣਗੇ p ਆਉਣਗੇ। ਠੀਕ ਹੈ, ਦੈਨ 3 ਤੋਂ ਸਟਾਰਟ ਕਰੋ 3d 4d 5d 6d ਇਹਨਾਂ ਨੂੰ ਵੀ ਐਨਸਰਕਲ ਕਰ ਲਓ। ਦੈਨ 4 ਤੋਂ ਸਟਾਰਟ ਕਰੋ 4f 5f। ਹੁਣ ਲਰਨ ਕਰਨ ਵਾਸਤੇ ਤੁਹਾਡੀ ਜੋ ਬੋਹਰ-ਬਰੀ ਰੂਲ ਇਸ ਚੀਜ਼ 'ਤੇ ਅਪਲਾਈ ਆਰਾਮ ਨਾਲ ਹੋ ਜਾਏਗਾ, ਬਟ ਤੁਸੀਂ ਉਹਨੂੰ ਵੀ ਅਪਲਾਈ ਕਰਕੇ ਦੇਖ ਲੈਣਾ ਕਿ ਤੁਹਾਡਾ ਐਨਰਜੀ ਲੈਵਲ ਇਹੀ ਆਉਂਦਾ ਜਾਂ ਨਹੀਂ ਆਉਂਦਾ। ਸਭ ਤੋਂ ਪਹਿਲਾਂ 1s ਫਿਲ ਕਰਦਾ ਹੈ, ਆਪਾਂ ਡਾਇਗਨਲੀ ਜਾਣਾ ਹੈ 1s, ਦੈਨ ਇਸ ਸਾਈਡ 'ਤੇ ਕੁਛ ਨਹੀਂ ਆ ਰਿਹਾ, ਸਿੱਧਾ 2s ਆ ਰਿਹਾ 2s, ਫਿਰ 2p 3s ਡਾਇਗਨਲ ਦੇ ਵਿੱਚ ਜਾਓਗੇ, ਦੈਨ 3p 4s, ਦੈਨ 3d 4p 5s ਇਸ ਤਰੀਕੇ ਨਾਲ, ਫਿਰ ਡਾਇਗਨਲੀ ਜਾਓਗੇ 4d 5p 6s, ਫਿਰ 4f 5d 6p 7s ਐਂਡ ਸੋ ਔਨ। ਸਿਮਿਲਰਲੀ ਇਸ ਤਰੀਕੇ ਨਾਲ ਤੁਸੀਂ ਇਹਨੂੰ ਅੱਗੇ ਪ੍ਰੋਸੀਡ ਕਰ ਸਕਦੇ ਹੋ। ਇੱਥੇ ਤੁਸੀਂ ਕੀ ਲਿਖੋਗੇ 8s ਲਿਖ ਸਕਦੇ ਹੋ, ਇੱਥੇ 7p ਲਿਖ ਸਕਦੇ ਹੋ ਐਂਡ ਉਹਦੇ ਕੋਰਸਪੋਂਡਿੰਗ ਤੁਸੀਂ ਫਿਲਿੰਗ ਕਰ ਸਕਦੇ ਹੋ। ਇਹ ਚੀਜ਼ ਹਮੇਸ਼ਾ ਯਾਦ ਰੱਖਣਾ ਬੇਟਾ, ਐਸ ਦੇ ਵਿੱਚ 1 ਔਰਬਿਟਲ ਹੁੰਦਾ ਹੈ ਔਰ ਹਰ ਇੱਕ ਔਰਬਿਟਲ ਦੇ ਵਿੱਚ 2 ਇਲੈਕਟ੍ਰੋਨਸ ਹੁੰਦੇ ਆ ਅਤੇ ਇਹਦੇ ਵਿੱਚ ਐਸ ਦੇ ਵਿੱਚ ਕਿੰਨੇ ਇਲੈਕਟ੍ਰੋਨ ਆ ਸਕਦੇ ਆ 2। p ਦੇ ਵਿੱਚ ਹਮੇਸ਼ਾ 3 ਔਰਬਿਟਲਸ ਹੁੰਦੇ ਆ ਔਰ ਅਗਰ 3 ਔਰਬਿਟਲਸ ਹੈ ਇੱਕ ਔਰਬਿਟਲ ਦੇ ਵਿੱਚ 2 ਇਲੈਕਟ੍ਰੋਨ 3 × 2 = 6 ਇਲੈਕਟ੍ਰੋਨਸ ਫਿਲ ਹੋਣਗੇ। d ਦੇ ਵਿੱਚ 5 ਔਰਬਿਟਲਸ ਹੁੰਦੇ ਆ ਤਾਂ ਟੋਟਲ 10 ਇਲੈਕਟ੍ਰੋਨਸ ਫਿਲ ਹੋਣਗੇ। f ਦੇ ਵਿੱਚ 7 ਔਰਬਿਟਲਸ ਹੁੰਦੇ ਆ ਤਾਂ ਟੋਟਲ 14 ਐਂਡ ਸੋ ਔਨ। ਇਸ ਤਰੀਕੇ ਨਾਲ ਕੀ ਕਰ ਸਕਦੇ ਆ ਫਿਲਿੰਗ। ਹੁਣ ਤੁਹਾਨੂੰ ਕਿੱਥੋਂ ਪਤਾ ਚੱਲਾ ਕਿ 1 3 5 ਵੈਲਿਊਜ਼ ਕਿੱਥੋਂ ਆਈਆਂ ਬੇਟਾ, ਜਦੋਂ ਤੁਸੀਂ ml ਦੀ ਵੈਲਿਊ ਕੈਲਕੂਲੇਟ ਕਰਦੇ ਹੋ ਉਸ ਤੋਂ ਤੁਹਾਨੂੰ ਪਤਾ ਲੱਗਦਾ ਹੈ 1 ਅਗਰ ਸਪੋਜ਼ ਕਰੋ l = 1 ਹੈ ਤਾਂ -ml ਦੀ ਵੈਲਿਊ ਕੀ ਹੋ ਜਾਂਦੀ ਹੈ -1 0 +1 3 ਵੈਲਿਊਜ਼ ਆ ਰਹੀਆਂ। ਇਟ ਮੀਨਸ ਕਿ ਇਹ ਕੀ ਹੈ ਕਿ 3 ਔਰਬਿਟਲਸ ਹੈਗੇ ਆ p ਦੇ ਵਿੱਚ, ਹਮੇਸ਼ਾ 3 ਔਰਬਿਟਲਸ ਹੀ ਰਹਿਣਗੇ। 3p ਨਹੀਂ ਲਿਖੋਗੇ, p ਹੈਜ਼ 3 ਔਰਬਿਟਲਸ ਲਿਖੋਗੇ ਇਸ ਤਰੀਕੇ ਨਾਲ। ਦੈਨ ਲਾਸਟ ਆਪਣਾ ਇੱਕ ਰੂਲ ਆਉਂਦਾ ਹੈ, ਉਹ ਰੂਲ ਹੈਗਾ ਹੁਨਸ ਰੂਲ ਆਫ ਮੈਕਸੀਮਮ ਮਲਟੀਪਲਿਸਿਟੀ। ਹੁਨਸ ਰੂਲ ਆਫ ਮੈਕਸੀਮਮ ਮਲਟੀਪਲਿਸਿਟੀ ਕੀ ਕਹਿੰਦਾ ਹੈ, ਇਲੈਕਟ੍ਰੋਨ ਪੇਅਰਿੰਗ ਵਿਲ ਨਾਟ ਟੇਕ ਪਲੇਸ ਇਨ ਦ ਔਰਬਿਟਲਸ ਆਫ ਦ ਸੇਮ ਐਨਰਜੀ। ਕਦੀ ਵੀ ਇਲੈਕਟ੍ਰੋਨ ਪੇਅਰ ਨਹੀਂ ਹੋਣਗੇ, ਕਦੀ ਨਹੀਂ ਇਲੈਕਟ੍ਰੋਨ ਪੇਅਰਿੰਗ ਟੇਕ ਪਲੇਸ ਕਰੇਗੀ ਸੇਮ ਐਨਰਜੀ ਲੈਵਲ ਦੇ ਵਿੱਚ ਜਿੰਨੀ ਦੇਰ ਤੱਕ ਉਹ ਔਰਬਿਟਲ ਸਿੰਗਲੀ ਫਿਲਡ ਨਾ ਹੋ ਜਾਏ। ਸਪੋਜ਼ p ਔਰਬਿਟ s ਦੇ ਵਿੱਚ ਤਾਂ ਇੱਕ ਹੀ ਔਰਬਿਟਲ ਹੈ, ਇੱਕ ਇਲੈਕਟ੍ਰੋਨ ਇਸ ਤਰੀਕੇ ਨਾਲ ਇੱਕ ਕਲੋਕਵਾਈਜ਼ ਇੱਕ ਐਂਟੀ ਕਲੋਕਵਾਈਜ਼ ਫਿਲ ਹੋ ਜਾਏਗਾ। p ਦੇ ਵਿੱਚ 3 ਔਰਬਿਟਲਸ ਆ ਜਾਂਦੇ ਆ। ਹੁਣ ਕਦੀ ਵੀ ਪਹਿਲਾਂ ਪੇਅਰਿੰਗ ਨਹੀਂ ਹੋਏਗੀ, ਇਸ ਤਰੀਕੇ ਨਾਲ ਕਦੀ ਨਹੀਂ ਹੁੰਦਾ। ਕੀ ਹੋਏਗਾ p ਔਰਬਿਟਲ ਫਿਲ ਹੋਣ ਵਾਸਤੇ ਪਹਿਲਾਂ ਇਲੈਕਟ੍ਰੋਨਸ ਸਿੰਗਲੀ ਫਿਲਡ ਹੋਣਗੇ ਫਿਰ ਡਬਲੀ ਫਿਲਡ ਹੋਣਗੇ। ਦਿਸ ਇਜ਼ ਨੋਨ ਐਜ਼ ਹੁਨਸ ਮਲਟੀਪਲਿਸਿਟੀ ਔਰ ਮੈਕਸੀਮਮ ਮਲਟੀਪਲਿਸਿਟੀ, ਰੂਲ ਆਫ ਮੈਕਸੀਮਮ ਮਲਟੀਪਲਿਸਿਟੀ। ਦੈਟਸ ਇਟ।